ਕਹਿੰਦੇ ਨੇ ਸਕਸੈਸ ਕਦੀ ਵੀ ਤੁਹਾਡੀ ਉਮਰ ਨਹੀਂ ਦੇਖਦੀ, ਇਹ ਸਿਰਫ ਤੁਹਾਡੀ ਆਪਣੇ ਲਕਸ਼ ਦੇ ਪ੍ਰਤੀ ਹਾਰਡ ਵਰਕ ਅਤੇ ਹੌਸਲਾ ਦੇਖਦੀ ਹੈ। ਹੈਲੋ ਦੋਸਤੋ, ਮੈਂ ਗੋਪਾਲ ਦੀਕਸ਼ਿਤ ਅੱਜ ਤੁਹਾਡੇ ਲਈ ਬਹੁਤ ਹੀ ਖੂਬਸੂਰਤ ਵੀਡੀਓ ਲੈ ਕੇ ਆਇਆ ਹਾਂ। ਵੀਡੀਓ ਥੋੜੀ ਲੰਮੀ ਹੋ ਸਕਦੀ ਹੈ ਪਰ ਮੈਨੂੰ ਯਕੀਨ ਹੈ ਤੁਹਾਨੂੰ ਜ਼ਰੂਰ ਪਸੰਦ ਆਏਗੀ। ਅਸੀਂ ਇਹ ਸਭ ਜਾਣਦੇ ਹਾਂ ਕਿ ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸਾਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਫੀ ਯਤਨ ਅਤੇ ਹੌਸਲਾ ਰੱਖਣ ਤੋਂ ਬਾਅਦ ਹੀ ਕੋਈ ਇਨਸਾਨ ਜ਼ਿੰਦਗੀ ਵਿੱਚ ਸਫਲ ਹੋ ਪਾਉਂਦਾ ਹੈ। ਪਰ ਅੱਜ ਅਸੀਂ ਜਿਸ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਸ਼ਾਇਦ ਹੀ ਦੁਨੀਆ ਤੇ ਕੋਈ ਅਜਿਹਾ ਬੰਦਾ ਹੋਵੇਗਾ ਜਿਸ ਨੇ ਇੰਨੀਆਂ ਮੁਸੀਬਤਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੋਵੇ। ਇਸ ਇਨਸਾਨ ਦੀ ਜ਼ਿੰਦਗੀ ਵਿੱਚ ਸਮੱਸਿਆਵਾਂ ਮੀਂਹ ਵਾਂਗ ਭਰੀਆਂ, ਪਰ ਜਿੱਦ ਦੇ ਪੱਕੇ ਇਸ ਇਨਸਾਨ ਨੇ ਜ਼ਿੰਦਗੀ ਦੀਆਂ ਹਨੇਰੀਆਂ ਦਾ ਸਾਹਮਣਾ ਕਰਦੇ ਹੋਏ ਔਕੜਾਂ ਦਾ ਦਰਿਆ ਪਾਰ ਕੀਤਾ ਅਤੇ ਅਖੀਰ ਜਿੱਤ ਪ੍ਰਾਪਤ ਕੀਤੀ। ਉਹ ਇਨਸਾਨ ਹੈ KFC ਕੰਪਨੀ ਦੇ ਫਾਊਂਡਰ ਚੇਅਰਮੈਨ ਕਰਨਲ ਹਾਰਲੈਂਡ ਸੈਂਡਰਸ। ਸੈਂਡਰਸ ਦਾ ਜਨਮ 1890 ਵਿੱਚ ਅਮਰੀਕਾ ਵਿੱਚ ਹੋਇਆ ਸੀ। ਉਸ ਦੇ ਪਰਿਵਾਰ ਵਿੱਚ ਉਸ ਦਾ ਪਿਤਾ ਡੇਵਿਡ ਅਤੇ ਮਾਂ ਮਾਰਗਰੇਟ ਤੋਂ ਇਲਾਵਾ ਉਸ ਦਾ ਇੱਕ ਛੋਟਾ ਭਰਾ ਅਤੇ ਇੱਕ ਛੋਟੀ ਭੈਣ ਸੀ। ਪਰਿਵਾਰ ਵਿੱਚ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਕਿ ਅਚਾਨਕ ਜਦੋਂ ਸੈਂਡਰਸ ਸਿਰਫ 5 ਸਾਲ ਦਾ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰ ਦੀ ਹਾਲਤ ਬਹੁਤ ਹੀ ਖਰਾਬ ਹੁੰਦੀ ਚਲੀ ਗਈ, ਜਿਸ ਕਾਰਨ ਉਸ ਦੀ ਮਾਂ ਨੂੰ ਫੈਕਟਰੀ ਵਿੱਚ ਇੱਕ ਮਜ਼ਦੂਰ ਦੀ ਨੌਕਰੀ ਕਰਨੀ ਪਈ ਅਤੇ ਇੰਨੀ ਛੋਟੀ ਜਿਹੀ ਉਮਰ ਵਿੱਚ ਹੀ ਸੈਂਡਰਸ ਤੇ ਆਪਣੇ ਛੋਟੇ ਭਰਾ ਭੈਣ ਦੀ ਦੇਖਭਾਲ ਦੀ ਜ਼ਿੰਮੇਵਾਰੀ ਆ ਗਈ ਸੀ। ਉਸ ਦੀ ਮਾਂ ਨੂੰ ਫੈਕਟਰੀ ਵਿੱਚ ਓਵਰਟਾਈਮ ਕੰਮ ਕਰਨਾ ਪੈਂਦਾ ਸੀ, ਜਿਸ ਕਰਕੇ ਉਸਨੇ ਸੈਂਡਰਸ ਨੂੰ ਖਾਣਾ ਬਣਾਉਣਾ ਵੀ ਸਿਖਾ ਦਿੱਤਾ ਤਾਂ ਜੋ ਉਹ ਆਪਣਾ ਤੇ ਆਪਣੇ ਛੋਟੇ ਭਰਾ ਭੈਣ ਦਾ ਪੇਟ ਭਰ ਸਕੇ। ਇਹਨਾਂ ਪਰੇਸ਼ਾਨੀਆਂ ਵਿੱਚ ਸੈਂਡਰਸ ਦਾ ਸਮਾਂ ਗੁਜ਼ਰ ਹੀ ਰਿਹਾ ਸੀ ਕਿ 1902 ਵਿੱਚ ਉਸ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਸੈਂਡਰਸ ਦਾ ਸੌਤੇਲਾ ਪਿਤਾ ਉਸ ਨੂੰ ਬਿਲਕੁਲ ਵੀ ਲਾਈਕ ਨਹੀਂ ਕਰਦਾ ਸੀ, ਜਿਸ ਕਾਰਨ ਸੈਂਡਰਸ ਨੂੰ ਘਰ ਵਿੱਚ ਬਹੁਤ ਘੁਟਨ ਮਹਿਸੂਸ ਹੁੰਦੀ ਸੀ। ਅੰਤ ਇਹਨਾਂ ਹਾਲਾਤਾਂ ਦੇ ਚੱਲਦੇ 1903 ਵਿੱਚ ਸੈਂਡਰਸ ਨੇ ਘਰ ਛੱਡ ਦਿੱਤਾ ਅਤੇ ਜਾ ਕੇ ਇੱਕ ਖੇਤ ਵਿੱਚ ਕੰਮ ਕਰਨ ਲੱਗ ਪਿਆ। ਖੇਤ ਵਿੱਚ ਕੰਮ ਕਰਨ ਕਰਕੇ ਅਤੇ ਘਰ ਛੱਡਣ ਕਰਕੇ ਉਸ ਦੀ ਪੜ੍ਹਾਈ ਵੀ ਛੁੱਟ ਗਈ। 13 ਸਾਲ ਦੀ ਉਮਰ ਵਿੱਚ ਸੈਂਡਰਸ ਇੰਡੀਆਨਾ ਦੇ ਇੱਕ ਸ਼ਹਿਰ ਪੋਲਿਸ਼ ਆ ਗਿਆ ਅਤੇ ਇੱਥੇ ਇੱਕ ਅਸਤਬਲ ਵਿੱਚ ਉਹ ਘੋੜਿਆਂ ਦੀ ਦੇਖਭਾਲ ਦਾ ਕੰਮ ਕਰਨ ਲੱਗ ਗਿਆ, ਪਰ ਕੁਝ ਸਮੇਂ ਬਾਅਦ ਉਸ ਨੂੰ ਇੱਥੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਹ 1906 ਵਿੱਚ ਆਪਣੇ ਅੰਕਲ ਕੋਲ ਚਲਾ ਗਿਆ। ਉਸ ਦੇ ਅੰਕਲ ਇੱਕ ਸਟਰੀਟ ਕਾਰ ਨਾਂ ਦੀ ਕੰਪਨੀ ਵਿੱਚ ਕੰਮ ਕਰਦੇ ਸੀ ਅਤੇ ਉਸ ਦੇ ਅੰਕਲ ਨੇ ਆਪਣੀ ਸਿਫਾਰਿਸ਼ ਤੇ ਸੈਂਡਰਸ ਨੂੰ ਵੀ ਉਸ ਕੰਪਨੀ ਵਿੱਚ ਕੰਡਕਟਰ ਦੀ ਨੌਕਰੀ ਦਿਵਾ ਦਿੱਤੀ, ਪਰ ਕੁਝ ਸਮੇਂ ਬਾਅਦ ਉਸ ਨੂੰ ਇਸ ਨੌਕਰੀ ਤੋਂ ਵੀ ਕੱਢ ਦਿੱਤਾ ਗਿਆ। ਇੰਨਾ ਸਭ ਕੁਝ ਹੋਣ ਤੋਂ ਬਾਅਦ ਕਈ ਵਾਰ ਇਨਸਾਨ ਗਲਤ ਕੰਮ ਕਰਨ ਦੀ ਸੋਚਣ ਲੱਗ ਪੈਂਦਾ ਹੈ ਅਤੇ ਉਸਨੇ ਵੀ ਇੱਦਾਂ ਹੀ ਸੋਚਿਆ। ਆਪਣੀ ਉਮਰ ਨੂੰ ਛੁਪਾ ਕੇ ਉਸਨੇ ਮਿਲਟਰੀ ਜੁਆਇਨ ਕਰ ਲਈ, ਪਰ 1 ਸਾਲ ਬਾਅਦ ਉਹ ਫੜਿਆ ਗਿਆ ਅਤੇ ਉਸ ਨੂੰ ਆਰਮੀ ਚੋਂ ਵੀ ਕੱਢ ਦਿੱਤਾ ਗਿਆ। ਇਸ ਤਰ੍ਹਾਂ 17 ਸਾਲ ਦੀ ਉਮਰ ਤੱਕ ਸੈਂਡਰਸ 4 ਨੌਕਰੀਆਂ ਗਵਾ ਚੁੱਕਾ ਸੀ। ਇਸ ਤੋਂ ਬਾਅਦ ਉਸ ਨੂੰ ਰੇਲਵੇ ਵਿੱਚ ਫਾਇਰਮੈਨ ਦੀ ਨੌਕਰੀ ਮਿਲ ਗਈ ਅਤੇ ਇਸੇ ਦੌਰਾਨ 1909 ਵਿੱਚ ਉਸਨੇ ਵਿਆਹ ਕਰਵਾ ਲਿਆ ਅਤੇ ਉਸਦੀ ਇੱਕ ਬੇਟੀ ਹੋਈ। ਅਜੇ ਉਸ ਦੀ ਜ਼ਿੰਦਗੀ ਪਟੜੀ ਤੇ ਆਈ ਹੀ ਸੀ ਕਿ ਇੱਕ ਦਿਨ ਜੌਬ ਤੇ ਉਸ ਦਾ ਆਪਣੇ ਕਲੀਗ ਨਾਲ ਝਗੜਾ ਹੋ ਗਿਆ, ਜਿਸ ਕਾਰਨ ਉਸ ਨੂੰ ਰੇਲਵੇ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਸਨੇ ਜੌਬ ਲਈ ਬਹੁਤ ਸਰਚ ਕੀਤੀ, ਪਰ ਉਹਨੂੰ ਕਿਤੇ ਵੀ ਨੌਕਰੀ ਨਾ ਮਿਲੀ ਅਤੇ ਉਹ ਜੌਬਲੈਸ ਹੋ ਕੇ ਘਰ ਬੈਠ ਗਿਆ। ਇਹਨਾਂ ਹਾਲਾਤਾਂ ਕਰਕੇ ਉਸ ਦੀ ਪਤਨੀ ਵੀ ਆਪਣੀ ਬੇਟੀ ਨੂੰ ਲੈ ਕੇ ਉਸ ਨੂੰ ਛੱਡ ਕੇ ਚਲੀ ਗਈ। ਇਹ ਸਭ ਨਾਲ ਉਹ ਬਹੁਤ ਡਿਪਰੈਸ ਹੋ ਗਿਆ ਅਤੇ ਉਹ ਅੰਦਰੋਂ ਅੰਦਰੀ ਟੁੱਟਦਾ ਜਾ ਰਿਹਾ ਸੀ। ਉਸਨੇ ਕਦੀ ਜ਼ਿੰਦਗੀ ਵਿੱਚ ਕਲਪਨਾ ਵੀ ਨਹੀਂ ਕੀਤੀ ਸੀ ਕਿ ਮੇਰੀ ਜ਼ਿੰਦਗੀ ਇੰਨੀ ਖਰਾਬ ਹੋ ਸਕਦੀ ਹੈ। ਖੈਰ, ਕੁਝ ਸਮੇਂ ਬਾਅਦ ਉਸਨੇ ਆਪਣੇ ਆਪ ਨੂੰ ਫਿਰ ਸੰਭਾਲਿਆ ਅਤੇ ਜੌਬ ਸਰਚ ਕਰਨ ਲੱਗ ਗਿਆ। ਉਸ ਤੋਂ ਬਾਅਦ ਉਸਨੇ ਬਹੁਤ ਜੌਬਸ ਟਰਾਈ ਕੀਤੀਆਂ, ਪਰ ਹਰ ਇੱਕ ਜੌਬ ਤੋਂ ਅਸਫਲਤਾ ਹੀ ਉਸਦੇ ਹੱਥ ਆਈ। ਉਸਨੇ ਇੱਕ ਇੰਸ਼ੋਰੈਂਸ ਏਜੰਟ ਦੀ ਨੌਕਰੀ ਵੀ ਕੀਤੀ, ਪਰ ਕੋਈ ਵੀ ਪਾਲਿਸੀ ਨਾ ਵੇਚ ਪਾਇਆ ਅਤੇ ਉਸ ਨੌਕਰੀ ਤੋਂ ਕੱਢ ਦਿੱਤਾ ਗਿਆ। ਫਿਰ ਉਸਨੇ ਕ੍ਰੈਡਿਟ ਕਾਰਡ ਵੇਚਣੇ ਸ਼ੁਰੂ ਕਰ ਦਿੱਤੇ, ਪਰ ਉਸ ਕੰਮ ਵਿੱਚ ਵੀ ਉਹ ਨਾਕਾਮ ਰਿਹਾ। ਉਸ ਤੋਂ ਬਾਅਦ ਉਸਨੇ ਟਾਇਰ ਵੇਚਣੇ ਸ਼ੁਰੂ ਕਰ ਦਿੱਤੇ, ਪਰ ਉਸ ਕੰਮ ਵਿੱਚ ਵੀ ਉਸਦੇ ਹੱਥ ਅਸਫਲਤਾ ਹੀ ਆਈ ਅਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਹ ਸਭ ਕੁਝ ਦੇਖ ਕੇ ਸੈਂਡਰਸ ਸੋਚਣ ਲੱਗਾ ਕਿ ਸ਼ਾਇਦ ਮੈਂ ਨੌਕਰੀ ਵਾਸਤੇ ਨਹੀਂ ਬਣਿਆ ਹਾਂ, ਮੈਨੂੰ ਬਿਜ਼ਨਸ ਵਿੱਚ ਆਪਣੀ ਕਿਸਮਤ ਅਜ਼ਮਾਉਣੀ ਚਾਹੀਦੀ ਹੈ। ਇਹ ਸੋਚ ਕੇ ਉਸਨੇ ਲੋਨ ਲੈ ਕੇ ਇੱਕ ਬੋਟ ਬਣਾਉਣ ਵਾਲੀ ਕੰਪਨੀ ਸਟਾਰਟ ਕੀਤੀ। ਬਹੁਤ ਮਿਹਨਤ ਕਰਨ ਤੋਂ ਬਾਅਦ ਵੀ ਉਹ ਕੰਪਨੀ ਚੱਲ ਨਹੀਂ ਪਾਈ। ਅੰਤ ਉਸਨੇ ਬੋਟ ਬਣਾਉਣ ਦਾ ਕੰਮ ਬੰਦ ਕਰਕੇ ਉਸੇ ਕੰਪਨੀ ਵਿੱਚ ਇੱਕ ਲੈਂਪ ਬਣਾਉਣ ਦਾ ਵਿਚਾਰ ਕੀਤਾ। ਹਾਲੇ ਉਹ ਇਸ ਬਾਰੇ ਸੋਚ ਹੀ ਰਿਹਾ ਸੀ ਕਿ ਇੱਕ ਹੋਰ ਕੰਪਨੀ ਨੇ ਬਹੁਤ ਹੀ ਬਿਹਤਰ ਲੈਂਪ ਮਾਰਕੀਟ ਵਿੱਚ ਉਤਾਰ ਦਿੱਤਾ,
ਜਿਸ ਕਾਰਨ ਸੈਂਡਰਸ ਇਹ ਕੰਮ ਸ਼ੁਰੂ ਹੀ ਨਹੀਂ ਕਰ ਪਾਇਆ ਅਤੇ ਅੰਤ ਫੈਕਟਰੀ ਨੂੰ ਤਾਲਾ ਲਾ ਦਿੱਤਾ। 40 ਸਾਲ ਦੀ ਉਮਰ ਵਿੱਚ ਫਿਰ ਉਸਨੇ ਇੱਕ ਸਰਵਿਸ ਸਟੇਸ਼ਨ ਲੈ ਲਿਆ ਅਤੇ ਜੋ ਵੀ ਲੋਕ ਇਸ ਸਰਵਿਸ ਸਟੇਸ਼ਨ ਤੇ ਆਉਂਦੇ ਸਨ ਉਹਨਾਂ ਨੂੰ ਸੈਂਡਰਸ ਫ੍ਰੀ ਫਰਾਈਡ ਚਿਕਨ ਬਣਾ ਕੇ ਖਵਾਉਂਦਾ ਸੀ। ਹੌਲੀ-ਹੌਲੀ ਉਸਨੇ ਸਰਵਿਸ ਸਟੇਸ਼ਨ ਨੂੰ ਰੈਸਟੋਰੈਂਟ ਵਿੱਚ ਬਦਲ ਦਿੱਤਾ ਜਿੱਥੇ ਉਹ ਲੋਕਾਂ ਨੂੰ ਫਰਾਈਡ ਚਿਕਨ ਬਣਾ ਕੇ ਖਵਾਉਂਦਾ ਸੀ। ਇਸ ਤਰ੍ਹਾਂ ਉਸਦਾ ਕੰਮ ਹਾਲੇ ਠੀਕ-ਠਾਕ ਚੱਲਣ ਹੀ ਲੱਗਿਆ ਸੀ ਕਿ ਗਵਰਨਮੈਂਟ ਨੇ ਉਹਦੇ ਰੈਸਟੋਰੈਂਟ ਦੀ ਜਗ੍ਹਾ ਨੂੰ ਐਕਵਾਇਰ ਕਰ ਲਿਆ। ਇਸ ਕਰਕੇ ਉਸਨੂੰ ਉਹ ਰੈਸਟੋਰੈਂਟ ਵੀ 4 ਸਾਲ ਬਾਅਦ ਬੰਦ ਕਰਨਾ ਪਿਆ। ਅਖੀਰ ਥੱਕ ਹਾਰ ਕੇ ਉਹ 44 ਸਾਲ ਦੀ ਉਮਰ ਵਿੱਚ ਇੱਕ ਰੈਸਟੋਰੈਂਟ ਵਿੱਚ ਇੱਕ ਰਸੋਈਏ ਦੀ ਨੌਕਰੀ ਕਰਨ ਲੱਗ ਪਿਆ। ਆਪਣੀ ਜ਼ਿੰਦਗੀ ਦੇ ਕਈ ਸਾਲ ਉਸਨੇ ਇਸ ਨੌਕਰੀ ਵਿੱਚ ਗੁਜ਼ਾਰੇ। 62 ਸਾਲ ਦੀ ਉਮਰ ਵਿੱਚ ਜਦੋਂ ਉਹ ਰਿਟਾਇਰ ਹੋਇਆ, ਰਿਟਾਇਰਮੈਂਟ ਵੇਲੇ ਉਸਨੂੰ ਸਿਰਫ $105 ਦਾ ਚੈੱਕ ਮਿਲਿਆ। ਜ਼ਿੰਦਗੀ ਦੇ ਇਸ ਪੜਾਅ ਤੇ ਉਸ ਕੋਲ ਇਹ $105 ਦਾ ਚੈੱਕ ਹੀ ਕੁੱਲ ਪੂੰਜੀ ਸੀ। ਉਹ ਸੋਚਣ ਲੱਗਾ ਕਿ ਇਸ $105 ਨਾਲ ਉਹ ਆਪਣੀ ਉਮਰ ਕਿਵੇਂ ਕੱਢੇਗਾ। ਇੱਕ ਵਾਰ ਫਿਰ ਉਸ ਦਾ ਹੌਸਲਾ ਟੁੱਟਦਾ ਜਾ ਰਿਹਾ ਸੀ ਅਤੇ ਅਖੀਰ ਉਸਨੇ ਸੋਚਿਆ ਕਿ ਮੇਰਾ ਮਰ ਜਾਣਾ ਹੀ ਬਿਹਤਰ ਹੈ। ਆਪਣੀ ਜ਼ਿੰਦਗੀ ਨੂੰ ਕੋਸਦਾ ਹੋਇਆ ਅੰਤ ਉਸਨੇ ਸੁਸਾਈਡ ਕਰਨ ਦਾ ਫੈਸਲਾ ਕਰ ਲਿਆ ਅਤੇ ਸੁਸਾਈਡ ਕਰਨ ਲਈ ਉਹ ਨਹਿਰ ਕਿਨਾਰੇ ਚਲਾ ਗਿਆ। ਸੁਸਾਈਡ ਕਰਨ ਤੋਂ ਪਹਿਲਾਂ ਉਹ ਇੱਕ ਦਰਖਤ ਥੱਲੇ ਬੈਠ ਗਿਆ ਅਤੇ ਆਪਣੇ ਬੀਤੇ ਟਾਈਮ ਨੂੰ ਯਾਦ ਕਰਨ ਲੱਗਾ। ਬੀਤੇ ਸਮੇਂ ਨੂੰ ਯਾਦ ਕਰਦੇ ਕਰਦੇ ਉਸਨੇ ਸੋਚਿਆ ਕਿ ਜਦੋਂ ਮੈਂ ਆਪਣਾ ਰੈਸਟੋਰੈਂਟ ਖੋਲ੍ਹਿਆ ਸੀ ਤਾਂ ਮੇਰਾ ਫਰਾਈਡ ਚਿਕਨ ਲੋਕਾਂ ਨੂੰ ਬਹੁਤ ਪਸੰਦ ਸੀ ਅਤੇ ਮੈਂ ਰਸੋਈਏ ਦੀ ਨੌਕਰੀ ਕਰਦੇ ਕਰਦੇ ਵੀ ਫਰਾਈਡ ਚਿਕਨ ਬਣਾਉਣ ਤੇ ਬਹੁਤ ਤਜਰਬੇ ਹਾਸਲ ਕੀਤੇ ਹਨ। ਇਹ ਸਭ ਸੋਚਣ ਤੋਂ ਬਾਅਦ ਉਸ ਦਾ ਇੱਕ ਵਾਰ ਫਿਰ ਮਨ ਬਦਲ ਗਿਆ। ਉਸਨੇ ਸੋਚਿਆ ਕਿ ਕਿਉਂ ਨਾ ਇਸ ਨੂੰ ਇੱਕ ਵਾਰ ਫਿਰ ਟਰਾਈ ਕੀਤਾ ਜਾਵੇ। ਉਸਨੇ ਇੱਕ ਵਾਰ ਫਿਰ ਹੌਸਲਾ ਕੀਤਾ ਅਤੇ ਆਪਣੇ ਇੱਕ ਫਰੈਂਡ ਤੋਂ $87 ਉਧਾਰ ਲੈ ਕੇ ਫਰਾਈਡ ਚਿਕਨ ਬਣਾਉਣਾ ਸਟਾਰਟ ਕੀਤਾ ਅਤੇ ਉਸਨੇ ਆਪਣੇ ਫਰਾਈਡ ਚਿਕਨ ਦੀ ਰੈਸਪੀ ਵੇਚਣ ਲਈ ਰੈਸਟੋਰੈਂਟਸ ਨੂੰ ਵਿਜ਼ਿਟ ਕਰਨਾ ਸ਼ੁਰੂ ਕੀਤਾ। ਪਰ ਜਿਸ ਰੈਸਟੋਰੈਂਟ ਵਿੱਚ ਵੀ ਉਹ ਆਪਣੀ ਰੈਸਪੀ ਲੈ ਕੇ ਜਾਂਦਾ ਉਸ ਨੂੰ ਰਿਜੈਕਟ ਕਰ ਦਿੱਤਾ ਜਾਂਦਾ। ਉਹ 10 ਵਾਰ 15 ਵਾਰ 50 ਵਾਰ ਨਹੀਂ 1000 ਤੋਂ ਵੀ ਵੱਧ ਲੋਕਾਂ ਨੇ ਉਸ ਦੀ ਰੈਸਪੀ ਨੂੰ ਰਿਜੈਕਟ ਕੀਤਾ, ਪਰ ਉਹ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਅਤੇ ਅਖੀਰ 1955 ਵਿੱਚ ਉਸ ਨੂੰ ਇੱਕ ਵਿਅਕਤੀ ਨੇ ਆਪਣਾ ਪਾਰਟਨਰ ਬਣਾ ਲਿਆ ਅਤੇ ਉਸ ਤੋਂ ਬਾਅਦ ਆਪਣੀ ਫਰਾਈਡ ਚਿਕਨ ਦੀ ਰੈਸਪੀ ਨੂੰ ਪੇਟੈਂਟ ਕਰਾਉਣ ਤੋਂ ਬਾਅਦ ਉਸਨੇ ਸਾਲਟ ਲੇਕ ਸਿਟੀ ਵਿੱਚ ਆਪਣਾ ਪਹਿਲਾ KFC ਰੈਸਟੋਰੈਂਟ ਖੋਲ੍ਹਿਆ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸ ਤੋਂ ਬਾਅਦ ਹੌਲੀ-ਹੌਲੀ ਉਹ ਆਪਣਾ ਕੰਮ ਵਧਾਉਂਦੇ ਗਏ ਅਤੇ ਲੋਕਾਂ ਨੂੰ ਫਰੈਂਚਾਈਜ਼ੀ ਦੇਣਾ ਸਟਾਰਟ ਕਰ ਦਿੱਤਾ। ਦੋਸਤੋ, ਅੱਜ KFC ਨੂੰ ਦੁਨੀਆ ਦਾ ਬੱਚਾ ਜਾਣਦਾ ਹੈ। ਦੁਨੀਆ ਦੇ 118 ਦੇਸ਼ਾਂ ਵਿੱਚ KFC ਦੀਆਂ 24,000 ਤੋਂ ਵੀ ਵੱਧ ਬ੍ਰਾਂਚਾਂ ਹਨ। ਸੈਂਡਰਸ ਨੇ 65 ਸਾਲ ਦੀ ਉਮਰ ਵਿੱਚ ਆਪਣਾ ਸੁਪਨਾ ਪੂਰਾ ਕੀਤਾ। ਜ਼ਿੰਦਗੀ ਦੀ ਉਹ ਕਿਹੜੀ ਔਕੜ ਸੀ ਜਿਸ ਦਾ ਇਸਨੇ ਸਾਹਮਣਾ ਨਹੀਂ ਕੀਤਾ। ਮਾਂ-ਬਾਪ, ਭਾਈ ਭੈਣ, ਪਤਨੀ, ਬੱਚੇ ਸਭ ਕੁਝ ਖੋਇਆ। ਪੜ੍ਹ ਲਿਖ ਨਹੀਂ ਸਕਿਆ, ਕਿੰਨੀਆਂ ਨੌਕਰੀਆਂ ਤੋਂ ਕੱਢਿਆ ਗਿਆ, ਕੋਈ ਸਾਧਨ ਨਹੀਂ ਸੀ ਕੋਲ, ਪਰ ਫਿਰ ਵੀ ਡਟਿਆ ਰਿਹਾ ਅਤੇ ਬਿਜ਼ਨਸ ਦੀ ਦੁਨੀਆ ਦਾ ਬੇਤਾਜ ਬਾਦਸ਼ਾਹ ਬਣ ਗਿਆ।